ਵਾਹਿਗੁਰੂ 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਜ ਰਹਸ ਮਨ ਉਪਜਿਓ ਸਗਲੇ ਦੁਖ ਭੁਲਾਏ। ਦੇਖੋ ਬਾਣੀ ਜਿਹੜੀ ਹੈ ਇਹ ਸੱਤ ਹੈ। ਵਾਹੋ ਵਾਹੋ ਬਾਣੀ ਸੱਚ ਹੈ। ਜੇ ਕਹਿ ਲਓ ਵੀ ਇਹੀ ਇੱਕ ਸੱਚ ਹੈ। ਗੁਰੂ ਸਾਹਿਬ ਕਹਿੰਦੇ ਹਉ ਆਪੋਂ ਬੋਲ ਨਾ ਜਾਣਦਾ। ਇਹ ਬੋਲ ਮੇਰੇ ਨਹੀਂ ਹਨ। ਹਉ ਮੈਂ ਆਪ ਬੋਲ ਨਾ ਜਾਣਦਾ। ਮੈਂ ਕਹਿਆ ਸਭ ਹੁਕਮ ਆਓ ਜੀ। ਮੈਨੂੰ ਹੁਕਮ ਹੋਇਆ ਵੀ ਇਹ ਬੋਲੋ ਤੇ ਮੈਂ ਬੋਲਿਆ। ਤੇ ਬਾਣੀ ਆਪਾਂ ਕੱਲ ਵੀ ਵਿਚਾਰ ਕੀਤੀ ਹੈ ਵੀ ਰਸਨਾ ਗੁਣ ਗੋਪਾਲ ਨਿਤ ਗਾਇਣ। ਜਦੋਂ ਰਸਨਾ ਗੁਣ ਗੋਪਾਲ ਦੇ, ਗੋਪਾਲ ਜਿਹੜਾ ਧਰਤੀ ਨੂੰ ਪਾਲ ਰਿਹਾ, ਗੋ ਕਹਿੰਦੇ ਧਰਤੀ, ਪਾਲਣਾ ਕਰਨ ਵਾਲਾ, ਧਰਤੀ ਨੂੰ ਪਾਲ ਰਿਹਾ, ਜਿਹੜਾ ਧਰਤੀ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਸਭ ਦੀ ਪ੍ਰਤਪਾਲਨਾ ਉਹ ਆਪ ਕਰ ਰਿਹਾ। ਉਹਨੇ ਬਣਾ ਕੇ ਛੱਡ ਨਹੀਂ ਦਿੱਤੀ, ਉਹ ਸਭ ਦੀ ਪ੍ਰਤਪਾਲਨਾ ਕਰ ਰਿਹਾ। ਪ੍ਰਤਪਾਲੈ ਨਿਤਸਾਰ ਸੰਭਾਲੈ, ਨਿਤ ਰੋਜ਼ ਪ੍ਰੇਮ ਸਹਿਤ ਗੱਲ ਲਾਵੈ। ਉਹ ਕਮਾਲ ਹੈ, ਉਹ ਬੇਅੰਤ ਹੈ, ਉਹ ਕਮਾਲ ਹੈ। ਉਸ ਦੀਆਂ ਖੇਡਾਂ ਵੀ ਕਮਾਲ ਨੇ। ਉਸ ਨੂੰ, ਉਸ ਕਮਾਲ ਨੂੰ, ਉਸ ਪਾਰ ਬ੍ਰਹਮ ਨੂੰ, ਪਰਮੇਸ਼ਰ ਨੂੰ ਜਿਹੜਾ ਗਾਇਨ ਕਰਦਾ, ਜਿਹੜੀ ਰਸਨਾ ਗਾਇਨ ਕਰਦੀ ਹੈ, ਜਿਹੜਾ ਉਸ ਦੇ ਗੁਣ ਗਾਇਨ ਕਰਦਾ। ਨਿਧ ਵੀ ਲਿਖਿਆ, ਗੁਣ ਗੋਪਾਲ ਨਿਧ। ਨਿਧ ਕਹਿੰਦੇ ਖਜ਼ਾਨੇ ਨੂੰ, ਉਹ ਗੁਣਾਂ ਦਾ ਖਜ਼ਾਨਾ ਹੈ। ਉਹ ਗੁਣਾਂ ਦੇ ਖਜ਼ਾਨੇ ਨੂੰ ਜਿਹੜੀ ਰਸਨਾ, ਬੜੇ ਭਾਗਾਂ ਵਾਲੀ ਹੁੰਦੀ ਹੈ ਰਸਨਾ ਜਿਹੜੀ ਉਸ ਨੂੰ ਗਾਉਂਦੀ ਹੈ। ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਹੜੀ ਰਸਨਾ ਉਸ ਨੂੰ ਗਾਉਂਦੀ ਹੈ। ਤੇ ਜਿਹੜੀ ਗਾਉਂਦੀ ਹੈ, ਹੁਣ ਗੁਰੂ ਸਾਹਿਬ ਦਾ ਬਚਨ ਹੈ ਵੀ ਸ਼ਾਂਤ ਸਹਿਜ ਰਹਸ ਮਨ ਉਪਜਿਓ। ਉਸ ਦੇ ਮਨ ਦੇ ਅੰਦਰ ਇਹ ਦੈਵੀ ਗੁਣ ਪੈਦਾ ਹੁੰਦੇ ਨੇ। ਹੁਣ ਆਪਾਂ ਵਿਚਾਰਨਾ ਵੀ ਆਪਾਂ ਬਾਣੀ ਪੜ੍ਹਦੇ ਹਾਂ, ਆਪਾਂ ਸਿਫਤ ਗੁਰੂ ਸਾਹਿਬ ਕਿਰਪਾ ਕਰਕੇ ਸਾਡੇ ਕੋਲ ਕਰਾ ਰਹੇ, ਇਸ ਤਰ੍ਹਾਂ ਕਰ ਲਈਏ ਤੇ ਕੀ ਅੰਦਰ ਸ਼ਾਂਤ ਪੈਦਾ ਹੋ ਰਹੀ ਹੈ? ਕੀ ਅੰਦਰ ਸਹਿਜ ਆ ਰਿਹਾ? ਕੀ ਅੰਦਰ ਖੇੜਾ ਆ ਰਿਹਾ, ਜਾਂ ਉਸ ਤਰ੍ਹਾਂ ਹੀ ਝੂਰ ਰਹੇ ਹਾਂ, ਉਸ ਤਰ੍ਹਾਂ ਹੀ ਦੁੱਖਾਂ ਵਿੱਚ ਬੈਠੇ ਹਾਂ, ਉਸ ਤਰ੍ਹਾਂ ਹੀ ਕਲਪ ਰਹੇ ਹਾਂ? ਬਿਲਕੁਲ ਇਹਨੂੰ ਗੁਰੂ ਸਾਹਿਬ ਨੇ ਕਿਹਾ ਵੀ ਆਪਣੇ ਅੰਦਰ ਜ਼ਰੂਰ ਵਿਚਾਰੋ, ਦੇਖੋ ਵੀ ਹੋ ਰਿਹਾ ਕੁਝ ਚੇਂਜ ਆ ਰਿਹਾ ਕਿ ਨਹੀਂ ਆ ਰਿਹਾ। ਸੁਭਾਵ ਸਾਡਾ ਜਿਹੜਾ ਜਨਮਾਂ ਦਾ ਸੁਭਾਵ ਸੀ,
ਇਹ ਇੰਨੀ ਛੇਤੀ ਚੇਂਜ ਨਹੀਂ ਹੋਏਗਾ। ਜੇ ਨਹੀਂ ਚੇਂਜ ਹੋ ਰਿਹਾ ਤੇ ਇਹ ਸਬੂਤ ਹੈ ਵੀ ਇਹ ਬੜੇ ਜਨਮਾਂ ਦਾ ਸੁਭਾਅ ਆਪਾਂ ਲੈ ਕੇ ਬੈਠੇ ਹੋਏ। ਲੇਕਿਨ ਗੁਰੂ ਸਾਹਿਬ ਸਾਡੇ ਕੋਲ ਸੇਵਾ ਲੈ ਰਹੇ ਨੇ, ਇਹਦਾ ਮਤਲਬ ਹੈ ਵੀ ਗੁਰੂ ਸਾਹਿਬ ਚਾਹੁੰਦੇ ਵੀ ਛੇਤੀ ਤੋਂ ਛੇਤੀ ਇਹ ਠੀਕ ਹੋ ਜਾਣ। ਠੀਕ ਹੋ ਜਾਣ ਇਸ ਕਰਕੇ ਕਿਉਂਕਿ ਅਸੀਂ ਰੋਗੀ ਹਾਂ, ਇਹ ਵੀ ਮੰਨਣਾ ਪਏਗਾ। ਜੋ ਜੋਤੀ ਸਹਿ ਸੋ ਸੋ ਰੋਗੀ। ਸਭ ਤੋਂ ਵੱਡਾ ਰੋਗ ਲੱਗਿਆ ਸਾਨੂੰ ਮਾਇਆ ਚਮੜੀ ਹੋਈ। ਤੇ ਬਾਣੀ ਰਸਨਾ ਨਾਲ ਗਾਇਨ ਕਰਨ ਨਾਲ, ਗੁਣਾਂ ਦੇ ਸਾਗਰ ਦੀ ਸਿਫਤ ਕਰਨ ਨਾਲ ਕਹਿੰਦੇ ਸ਼ਾਂਤ ਮਨ ਜਿਹੜਾ ਸ਼ਾਂਤ ਹੋ ਜਾਂਦਾ। ਹੁਣ ਕੱਲ ਆਪਾਂ ਇਹ ਵਿਚਾਰਿਆ ਵੀ ਮਨ ਸ਼ਾਂਤ ਹੋ ਜਾਂਦਾ, ਤੇ ਅੱਜ ਆਪਾਂ ਇਹ ਵਿਚਾਰਨਾ ਕਿ ਸਾਡਾ ਮਨ, ਮੇਰਾ ਮਨ ਸ਼ਾਂਤ ਹੋ ਰਿਹਾ। ਸੰਗਤ ਕਰਨ ਦਾ ਕੋਈ ਲਾਭ ਹੋ ਰਿਹਾ ਕਿ ਨਹੀਂ ਹੋ ਰਿਹਾ? ਜੀਵਨ ਗੁਰੂ ਸਾਹਿਬ ਜੀ ਦੇ ਨੇੜੇ ਜਾ ਰਿਹਾ ਕਿ ਨਹੀਂ ਜਾ ਰਿਹਾ? ਜੀਵਨ ਬਦਲ ਰਿਹਾ ਕਿ ਨਹੀਂ ਬਦਲ ਰਿਹਾ? ਮੇਰੇ ਬੋਲ ਬਦਲ ਰਹੇ ਨੇ ਕਿ ਨਹੀਂ ਬਦਲ ਰਹੇ? ਮੇਰੀ ਸੋਚ ਬਦਲ ਰਹੀ ਹੈ ਕਿ ਨਹੀਂ ਬਦਲ ਰਹੀ? ਮੇਰਾ ਸੁਣਨਾ, ਮੇਰਾ ਸੰਗ ਜਿਹੜਾ ਉਹ ਬਦਲ ਰਿਹਾ ਕਿ ਨਹੀਂ ਬਦਲ ਰਿਹਾ? ਕਿਉਂਕਿ ਇਹ ਬਦਲਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਸ਼ਾਂਤ ਸਾਜੋ ਰਹੱਸ ਮਨ ਉਪਜਿਓ। ਇਹ ਪੈਦਾ ਹੁੰਦੀਆਂ ਚੀਜ਼ਾਂ ਸਾਰੀਆਂ ਅੰਦਰ ਤੇ ਦੇਖਣੀਆਂ ਪੈਣਗੀਆਂ। ਸੱਚੇ ਪਾਤਸ਼ਾਹ ਤੁਸੀਂ ਮੇਰੇ ਕੋਲ ਬੁਲਵਾ ਰਹੇ ਹੋ, ਵਾਹਿਗੁਰੂ 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 ਕਰਵਾ ਰਹੇ, ਬਾਣੀ ਪੜਵਾ ਰਹੇ, ਮੇਰੇ ਅੰਦਰ ਪੈਦਾ ਦੇਖਣਾ ਪਏਗਾ। ਆਪਣੇ ਗਿਰਵਾਨ ਮੈਂ ਸਿਰ ਨੀਵਾ ਕਰਦੇ, ਕੀ ਦੇਖਣਾ? ਇਹੀ ਤੇ ਦੇਖਣਾ। ਆਪਣੇ ਅੰਦਰ ਝਾਂਕ ਕੇ ਕੀ ਦੇਖਣਾ? ਇਹੀ ਦੇਖਣਾ ਬਈ ਰਸਨਾ ਤੇ ਜੇ ਸ਼ਬਦ ਹੈ, ਰਸਨਾ ਤੇ ਜੇ ਸਿਮਰਨ ਹੈ, ਤੇ ਫਿਰ ਸ਼ਾਂਤੀ ਆਈ ਕਿ ਨਹੀਂ ਆਈ? ਮਨ ਕਲਪ ਤੇ ਨਹੀਂ ਰਿਹਾ? ਸੁਭਾਅ ਬਦਲ ਰਿਹਾ ਕਿ ਨਹੀਂ ਬਦਲ ਰਿਹਾ? ਸਹਿਜ ਆ ਰਿਹਾ ਕਿ ਨਹੀਂ ਆ ਰਿਹਾ? ਆਤਮਕ ਅਡੋਲਤਾ ਆ ਰਹੀ ਹੈ ਕਿ ਨਹੀਂ ਆ ਰਹੀ? ਅੰਦਰ ਖੇੜਾ ਆ ਰਿਹਾ ਕਿ ਨਹੀਂ ਆ ਰਿਹਾ? ਜੇ ਤੁਸੀਂ ਕਹਿੰਦੇ ਮਨ ਕਲਪਦਾ ਨਹੀਂ ਕਲਪਦਾ, ਜੇ ਬਾਹਰੋਂ ਕਲਪਾਏ ਤਾਂ ਫਿਰ ਤਾਂ ਬੰਦਾ ਕਲਪੇਗਾ ਹੀ। ਹਾਂ, ਮੇਰਾ ਮਨ ਦੂਜੇ ਦੇ ਉੱਪਰ ਟਿਕਿਆ ਹੋਇਆ ਵੀ ਦੂਜਾ ਜੇ ਮੈਨੂੰ ਠੰਡਾ ਕਰੇ ਤੇ ਮੈਂ ਠੰਡਾ ਹੋ ਜਾਵਾਂ, ਤੇ ਦੂਜਾ ਮੈਨੂੰ ਚੰਗੀਆਂ ਗੱਲਾਂ ਸੁਣਾਏ ਤੇ ਮੈਂ ਚੰਗਾ ਬਣ ਜਾਵਾਂ, ਤੇ ਮੇਰੇ ਅੰਦਰ ਸ਼ਾਂਤੀ ਆ ਜਾਏ। ਮੈਂ ਆਪਣੀ ਚਾਬੀ ਉਸ ਦੂਸਰੇ ਬੰਦੇ ਨੂੰ ਫੜਾਈ ਹੈ, ਸਭ ਨੂੰ, ਤੁਹਾਨੂੰ ਸਭ ਨੂੰ ਫੜਾਈ ਹੈ। ਵੀ ਤੁਹਾਡੇ ਵਿੱਚੋਂ ਇੱਕ ਵੀ ਮੇਰੇ ਖਿਲਾਫ ਕੁਝ ਬੋਲੇਗਾ ਤੇ ਮੈਂ ਤੇ ਗਰਮ ਹੋਣਾ ਹੀ ਹੋਣਾ। ਮੇਰੀ ਚਾਬੀ ਮੇਰੇ ਕੋਲ ਨਹੀਂ ਹੈਗੀ। ਇਸ ਸੰਸਾਰ ਵਿੱਚ ਜਿੰਨੇ ਵੀ ਜੀਵ ਨੇ ਨਾ, ਬਹੁਤ ਥੋੜੇ ਨੇ ਜਿਨ੍ਹਾਂ ਦੀ ਆਪਣੀ ਚਾਬੀ ਆਪਣੇ ਕੋਲ ਹੈ। ਨਹੀਂ ਤੇ ਬੰਦਾ ਕਹਿੰਦਾ ਉਹਦੇ ਦਰਸ਼ਨ ਹੋ ਗਏ, ਕਹਿੰਦੇ ਮੇਰਾ ਸਾਰਾ ਟਾਈਮ ਖਰਾਬ। ਅਸੀਂ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਜਾਂ ਅਗਿਆਨਤਾ ਦੇ ਅੰਧੇਰੇ ਵਿੱਚ ਅਸੀਂ ਆਪਣੀਆਂ ਚਾਬੀਆਂ ਜਿਹੜੀਆਂ ਦੂਜਿਆਂ ਨੂੰ ਫੜਾਈਆਂ ਹੋਈਆਂ। ਤੇ ਮੇਰਾ ਹੱਸਣਾ, ਮੇਰਾ ਖੇੜਾ ਦੂਜਿਆਂ ਦੇ ਹੱਥ ਵਿੱਚ ਹੈਗਾ। ਹੁਣ ਮੈਨੂੰ ਜੇ ਅਗਰ ਦੋ ਬੰਦੇ ਚੰਗੇ ਮਿਲਣਗੇ ਤੇ ਮੈਂ ਖੇੜੇ ਵਿੱਚ ਆ ਜਾਵਾਂਗਾ, ਜੇ ਦੋ ਬੰਦੇ ਗੜਬੜ ਵਾਲੇ ਮਿਲੇ ਤੇ ਫਿਰ ਮੈਂ ਥੱਲੇ ਨੂੰ ਚਲਾ ਜਾਵਾਂਗਾ। ਹੋਣਾ ਇਹੀ ਹੈ। ਇਹਨੂੰ ਸਹਿਜ ਕਹਿੰਦੇ ਨੇ ਵੀ ਬਾਹਰ ਭਾਵੇਂ ਕੁਝ ਵੀ ਹੈ, ਭਾਵੇਂ ਚੰਗਾ ਬੰਦਾ ਮਿਲਦਾ, ਭਾਵੇਂ ਮਾੜਾ ਮਿਲਦਾ, ਗੁਰੂ ਸਾਹਿਬ ਨੇ ਦੱਸਿਆ ਸਾਨੂੰ ਵਰਤਣਾ ਕਿਸ ਤਰ੍ਹਾਂ ਹੈ। ਜਿਹੜਾ ਤੋੜਦਾ ਹੈ, ਗੁਰੂ ਸਾਹਿਬ ਕਹਿੰਦੇ ਦੂਰੋਂ ਜਾਈਏ ਭਾਗ। ਕਬੀਰ ਸਾਕਤ ਸੰਗ ਨਾ ਕੀਜੀਏ। ਗੁਰੂ ਸਾਹਿਬ ਜੀ ਨੇ ਸਾਨੂੰ ਕੁਝ ਗੱਲਾਂ ਕਰਨ ਨੂੰ ਕਿਹਾ, ਕੁਝ ਗੱਲਾਂ ਨਾ ਕਰਨ ਨੂੰ ਕਿਹਾ। ਜੇ ਅਗਰ ਇਹ ਸਾਨੂੰ ਚੇਤੇ ਰਹਿਣਗੀਆਂ, ਫਿਰ ਭਾਵੇਂ ਬਾਹਰੋਂ ਜਿਹੜਾ ਮਰਜ਼ੀ ਜੋ ਮਰਜ਼ੀ ਕਰਦਾ ਰਹੇ। ਇਹ ਟਾਈਮ ਆ ਜਾਏਗਾ ਕਿ ਬਾਹਰ ਵਾਲਾ ਜੋ ਮਰਜ਼ੀ ਕਰਦਾ ਰਹੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੇਰੇ ਕੋਲ ਤਾਂ ਸ਼ਬਦ ਹੈ, ਮੇਰੇ ਕੋਲ ਗੁਰੂ ਹੈ, ਮੇਰੇ ਕੋਲ ਬਾਣੀ, ਮੇਰੇ ਕੋਲ ਸਿਮਰਨ ਹੈ। ਬਸ ਇੱਕ ਸਿਮਰਨ ਚਾਹੀਦਾ, ਇੱਕ ਸੁਰਤ ਚਾਹੀਦੀ ਹੈ। ਸ਼ਬਦ ਔਰ ਸੁਰਤ ਦਾ ਮਿਲਾਪ ਹੋਏ ਤੇ ਖੇਡ ਬਣ ਜਾਂਦੀ ਹੈ। ਬਸ ਕਹਿੰਦੇ ਕਈ ਵਾਰ ਇਸ ਤਰ੍ਹਾਂ ਹੁੰਦਾ ਨਾ, ਪਾਠ ਕਰਨੇ में एक हवा ਹੁੰਦੀ ਹੈ, ਗੁੰਮ ਕਰਦੀ,
ਦਿਮਾਗ 'ਚ ਚੜ੍ਹਦੀ ਹੈ, ਗੁੰਮ ਕਰਦੀ, ਮਤਲਬ ਢਾਣਾ। ਕਈ ਵਾਰ ਇਸ ਤਰ੍ਹਾਂ ਹੁੰਦਾ। ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਆਪਾਂ ਸਾਰਿਆਂ ਨੂੰ ਪਤਾ ਹੈ, ਸਰਬ ਰੋਗ ਕਾ ਔਖਦ। ਕੋਈ ਵੀ ਚੀਜ਼ ਹੈ, ਕੁਝ ਵੀ ਹੈ, ਕੁਝ ਵੀ ਹੈ, ਨਾਮ ਸਾਰੇ ਦੁੱਖਾਂ ਦਾ ਇਲਾਜ। ਸਰਬ ਰੋਗ ਕਾ, ਗੁਰੂ ਸਾਹਿਬ ਨੇ ਸਰਬ ਲਿਖਤਾ, ਇਹਦਾ ਮਤਲਬ ਹੈ ਸਭ, ਸਰੀਰ ਦੇ, ਮਨ ਦੇ ਸਾਰੇ ਰੋਗ, ਹੋਰ तीन आद व्याध के बंधन जेतक आदियां ते व्याधियां, तीने ताप निवारण हारा आप पढ़ते, तीने ताप निवारण हारा दुख हंता सुख रास ताको विघ्न न को लागे जाकी प्रभा गैरदास। ये आदियां, ये तीने ताप केड़े ने, एक है आदि, एक है व्याधि, एक है उपाधि। एक तन दे रोग ने, एक मन दे रोग ने, एक भुलेखे नाल पैण वाले रोग ने, या अचानक जिहड़े होण वाले रोग ने, जिहड़ा झगड़ा हो जांदा अचानक, फिर बंदा कल्पदा। इन्हां दे कहण दा मकसद पता की है, ਉਹੀ ਆ ਜਾਂਦੀ ਹੈ ਕਿ ਮਨ ਕੇ ਹਾਰੇ ਆ ਰਹੇ, ਮਨ ਕੇ ਜੀਤ। ਅਸੀਂ ਮਨ ਨੂੰ ਪਹਿਲੇ ਹੀ ਹਾਰੇ ਚ ਪਤਾਲ ਹੀ ਡੁੱਬਿਆ ਹੈ, ਜਿਹੜਾ ਸਾਨੂੰ ਸਟਰੋਂਗ ਉੱਪਰ ਚਾਹੀਦਾ ਹੈ, ਬਾਬੇ ਦੀ ਬਾਣੀ ਦਾ ਆਸਰਾ ਲੈ ਕੇ ਹੁੰਦਾ ਸੀ, ਉਹਦੇ ਅਸੀਂ ਪਤਾਲ ਹੀ ਵਾੜੇ ਹੈ, ਪਤਾਲ ਹੀ ਡਿੱਗ ਗਿਆ। ਉਹ ਕਹਿੰਦੇ ਨਾ ਵੀ ਕੋਈ ਦੁੱਖ ਇੰਨਾ ਵੱਡਾ ਨਹੀਂ ਹੈ ਜਿੰਨਾ ਮੇਰਾ ਗੁਰੂ ਵੱਡਾ। ਇਹ ਤੇ ਅਸੀਂ ਸਮਝਿਆ ਨਹੀਂ ਕਦੀ। ਹਾਂ, ਲੇਕਿਨ ਇਹ ਦੇਖੋ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਕਿ ਬਾਹਰ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਕਿ ਬੰਦਾ ਹਾਰ ਜਾਂਦਾ, ਲੇਕਿਨ ਗੁਰੂ ਸਾਹਿਬ ਨਾਲ ਨੇ ਤੇ ਫਿਰ ਜਿਸੇ ਰੂਪ ਪਰ ਠਾਂਡਾ ਗੁਰਸੂਰਾ। ਦੇਖੋ ਸਾਡੇ ਕੋਲ ਪੰਕਤੀਆਂ ਹੈਗੀਆਂ ਨੇ, ਸਾਡੇ ਕੋਲ ਪੰਕਤੀਆਂ ਨਹੀਂ, ਸਾਡੇ ਕੋਲ ਬਚਨ ਨੇ ਗੁਰੂ ਸਾਹਿਬ ਜੀ ਦੇ, ਵੀ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਵੀ ਸਿਰ ਤੇ ਗੁਰੂ ਹੈ, आद व्याध के बंधन जेतक, आद व्याध के बंधन जेतक नाम के लेत सबे छुट जाही। कोई ऐसी चीज नहीं है, कोई ऐसी चीज नहीं ਜਿਹੜੀ ਰੱਬ ਦੇ ਨਾਮ ਅੱਗੇ ਟਿਕ ਸਕੇ। ਇਹ ਤੇ ਸਾਡੇ ਨਾਲ ਕਮੀ ਜਿਹੜੀ ਸੀ ਨਹੀਂ ਸਮਝਦੇ, ਜਿਹੜੀ ਸਾਨੂੰ ਸਮਝਣੀ ਚਾਹੀਦੀ ਉਹ ਸੀ ਨਹੀਂ, ਕੋਈ ਵੀ ਨਹੀਂ ਸਮਝਦਾ। ਸਭ ਤੋਂ ਵੱਡੇ ਮੂਰਖ ਤੇ ਇਹੀ ਅਸੀਂ ਬਣੇ ਹੋਏ। ਸਾਨੂੰ ਇਹੀ ਚਾਹੀਦਾ ਵੀ ਅਸੀਂ ਨਾਮ ਦ੍ਰਿੜ ਕਰੀਏ। ਦ੍ਰਿੜ ਦਾ ਮਤਲਬ ਹੁੰਦਾ ਕਈ ਚੀਜ਼ਾਂ ਦੇਖੋ, ਹੁਣ ਬਾਰ-ਬਾਰ, ਦ੍ਰਿੜ ਦਾ ਮਤਲਬ ਹੁੰਦਾ ਬਾਰ-ਬਾਰ ਬੋਲਣਾ। ਜਦੋਂ ਅਸੀਂ ਬਾਣੀ ਨੂੰ ਜਾਂ ਕਿਸੇ ਪੰਕਤੀ ਨੂੰ ਬਾਰ-ਬਾਰ ਬੋਲਾਂਗੇ ਨਾ, ਤੇ ਉਹ ਸਹਿਜ ਸੁਭਾਅ ਨਿਕਲਦੀ ਜਾਂਦੀ ਜੇ ਅੰਦਰੋਂ। ਤੇ ਕਈ ਵਾਰੀ ਬੰਦਾ ਸੁੱਤੇ ਸਿੱਧ ਵੀ ਬੋਲਦਾ ਜੇ ਦ੍ਰਿੜ ਹੋ ਜੇ। ਤੇ ਗੁਰੂ ਸਾਹਿਬ ਕਹਿੰਦੇ ਨੇ ਦ੍ਰਿੜ ਕਰ ਗਹੋ। ਗਹੋ ਦਾ ਮਤਲਬ ਹੈ ਪਕੜੋ। ਤੁਸੀਂ ਬਾਣੀ ਪੜ੍ਹ ਰਹੇ ਹੋ, ਇਸੇ ਨੂੰ ਦ੍ਰਿੜ ਕਰੋ। ਜਿਹੜਾ ਸ਼ਬਦ ਪੜ੍ਹ ਰਹੇ ਹੋ, ਜਿਹੜਾ ਬਚਨ ਪੜ੍ਹ ਰਹੇ ਹੋ, ਜਿਹੜਾ ਸਿਮਰਨ ਕਰ ਰਹੇ ਹੋ, ਇਸ ਨੂੰ ਹੋਰ ਦ੍ਰਿੜ ਕਰੋ, ਹੋਰ ਦ੍ਰਿੜ ਕਰੋ, ਤਾਂ ਕਿ ਲੋੜ ਪੈਣ ਤੇ ਤੁਹਾਡੇ ਅੰਦਰੋਂ ਨਿਕਲੇ। ਹੁੰਦਾ ਕੀ ਹੈ, ਜਦੋਂ ਲੋੜ ਪੈਂਦੀ ਹੈ, ਜਦੋਂ ਕੋਈ ਦੁੱਖ ਆਉਂਦਾ, ਜਦੋਂ ਕੋਈ ਕਲੇਸ਼ ਆਉਂਦਾ, ਜਦੋਂ ਕੋਈ ਆਦੀਆਂ ਵਿਆਧੀਆਂ ਉਪਾਧੀਆਂ ਸਾਡੇ ਸਾਹਮਣੇ ਆਉਂਦੇ, ਸਾਨੂੰ ਨਾਮ ਚੇਤੇ ਨਹੀਂ ਆਉਂਦਾ, ਜਾਂ ਸਾਡਾ ਧਿਆਨ ਨਹੀਂ ਲੱਗਦਾ। ਚੇਤੇ ਵੀ ਆ ਜਾਏ ਤੇ ਧਿਆਨ ਨਹੀਂ ਲੱਗਦਾ। ਧਿਆਨ ਉੱਥੇ ਹੁੰਦਾ, ਉਸ ਚੀਜ਼ ਦੇ ਉੱਪਰ, ਉਸ ਦੁੱਖ ਦੇ ਉੱਪਰ। ਕਿਉਂ? ਕਿਉਂਕਿ ਦ੍ਰਿੜ ਨਹੀਂ ਹੁੰਦਾ। ਹੁੰਦਾ ਤੇ ਹੈ, ਸ਼ਬਦ ਤੇ ਆਉਂਦਾ ਔਖੀ ਘੜੀ ਨਾ ਦੇਖਣ ਦੇ ਹੀ, ਪਰ ਸ਼ਬਦ ਦ੍ਰਿੜ ਨਹੀਂ ਹੈ। ਦ੍ਰਿੜ ਹੋ ਗਿਆ, ਚੱਲੇ ਆਪਣਾ ਚੱਲੇਗਾ। ਦ੍ਰਿੜ ਦਾ ਮਤਲਬ ਹੈ ਵੀ ਵਰਤਣਾ ਆ ਜਾਏਗਾ, ਵੀ ਹਾਂ ਵੀ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ। ਇਹ ਪੜ੍ਹਨਾ ਹੀ ਹੈ, ਬਸ ਪੜ੍ਹਨਾ ਹੀ ਹੈ। ਜਿੰਨਾ ਸਾਨੂੰ ਆਉਂਦਾ ਸੀ ਤੇ ਉਨਾ ਹੀ ਕਰਨਾ ਨਾ, ਹੈ ਨਾ। ਬਾਕੀ ਸ਼ਬਦ ਨੇ ਆਪਣੀ ਕਰਾਮਾਤ ਕਰਨੀ ਜੋ ਕਰਨੀ ਹੈ, ਚੱਲਦਾ ਰਹੇਗਾ। ਸ਼ਬਦ ਨੇ ਕੀ ਕਰਨਾ? ਚੱਲਦਾ ਰਹੇਗਾ ਮਨ। ਹਾਂ, ਸ਼ਬਦ ਨੇ ਕੀ ਕਰਨਾ? ਸ਼ਬਦ ਨੇ ਸਾਨੂੰ ਠੀਕ ਕਰਨਾ। ਸਾਡੀ ਜਿਹੜੀ ਮਨ ਸਥਿਤੀ ਹੈਗੀ ਹੈ ਨਾ, ਸਾਡੇ ਮਨ ਨੂੰ ਸਾਰਾ ਲੈਵਲ ਤੇ ਰੱਖਣਾ ਉੱਤੇ, ਬਾਹਰ ਜੋ ਮਰਜ਼ੀ ਹੁੰਦਾ ਰਹੇ। ਸ਼ਬਦ ਨੇ ਇੰਨਾ ਕੰਮ ਕਰਨਾ। ਬਾਕੀ ਹੋਰ ਨਾਮ ਤੋਂ ਬੜਾ ਕੁਝ ਕਰ ਸਕਦਾ, ਰੱਬ ਦਾ ਨਾਮ ਤੇ ਬੜਾ ਕੁਝ ਕਰ ਸਕਦਾ। ਰੱਬ ਦੀ ਮਹਿਮਾ, ਰੱਬ ਦੇ ਨਾਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਅਸੀਂ ਕੁਝ ਬਸ ਕਿਣਕਾ ਮਾਤਰ ਗੁਰੂ ਸਾਹਿਬ ਜੇ ਬੁਲਾ ਰਹੇ ਨੇ ਤੇ ਅਸੀਂ ਬੋਲ ਸਕਦੇ ਹਾਂ, ਅਸੀਂ ਹੋਰ ਕੁਝ ਜ਼ਿਆਦਾ ਨਹੀਂ ਕਹਿ ਸਕਦੇ। ਇਸ ਦੀ ਵਡਿਆਈ ਬੜੀ ਵੱਡੀ ਹੈ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਹੋਣਾ ਇਹ ਚਾਹੀਦਾ ਵੀ ਬਾਹਰ ਦਾ ਮਾਹੌਲ ਜਿਸ ਤਰ੍ਹਾਂ ਦਾ ਮਰਜ਼ੀ ਸਾਡੇ ਅਨੁਕੂਲ ਹੈ। ਦੋ ਤਰ੍ਹਾਂ ਦਾ ਹੀ ਹੁੰਦਾ ਨਾ, ਇੱਕ ਤੇ ਸਾਡੇ ਅਨੁਕੂਲ ਹੁੰਦਾ, ਇੱਕ ਸਾਡੇ ਵਿਪਰੀਤ ਹੁੰਦਾ। ਇੱਕ ਉਹ ਹੈ ਜਿਹੜਾ ਮਾਹੌਲ ਅਸੀਂ ਮੰਗਦੇ ਹਾਂ, ਇੱਕ ਉਹ ਹੈ ਜਿਹੜਾ ਮਾਹੌਲ ਅਸੀਂ ਨਹੀਂ ਮੰਗਦੇ। ਹੋਣਾ ਕੀ ਚਾਹੀਦਾ? ਹੋਣਾ ਇਹ ਚਾਹੀਦਾ ਵੀ ਦੋਨੋਂ ਸਿਚੁਏਸ਼ਨਸ ਵਿੱਚ, ਦੋਨੋਂ ਸਮੇਂ ਸਾਡੇ ਮੂੰਹ ਚੋਂ ਸਿਮਰਨ ਹੀ ਨਿਕਲਣਾ ਚਾਹੀਦਾ, ਸਾਡੇ ਮੂੰਹ ਚੋਂ ਬਾਣੀ ਨਿਕਲਣੀ ਚਾਹੀਦੀ ਹੈ। ਸਾਨੂੰ ਇਹ ਨਹੀਂ ਲੱਗਣਾ ਚਾਹੀਦਾ ਵੀ ਇਹਨੂੰ ਠੀਕ ਕਿਸ ਤਰ੍ਹਾਂ ਕਰੀਏ। ਅਸੀਂ ਕੋਈ ਥੋੜ੍ਹਾ ਨਾ ਠੀਕ ਕਰ ਸਕਦੇ ਹਾਂ, ਤੇ ਲੇਕਿਨ ਬੰਦਾ ਲੱਗ ਜਾਂਦਾ ਜੀ। ਮੂਰਖ ਬੰਦੇ ਵੀ ਠੀਕ ਕਰਨ ਨੂੰ ਲੱਗ ਜਾਂਦੇ ਆ ਸਭ ਕੁਝ। ਉਹ ਮੂਰਖ ਹੀ ਹੁੰਦੇ ਨੇ ਜਿਹੜੇ ਸਭ ਕੁਝ ਠੀਕ ਕਰਨ ਨੂੰ ਲੱਗਦੇ ਆ। ਗੁਰੂ ਸਾਹਿਬ ਨੇ ਕਿਹਾ ਤੂੰ ਆਪਣੇ ਆਪ ਨੂੰ ਠੀਕ ਕਰ। ਮੋਬਾਈਲ ਤੇ ਐਡ ਬਸ। ਆਉਂਦੀ ਹੈ, ਕਈ ਵਾਰ ਐਡ ਆਉਂਦੀ ਹੈ, ਕਈ ਮਹਾਂਪੁਰਖ ਹੁੰਦੇ ਨੇ ਜਿਹੜੇ ਅੱਜ ਕੱਲ੍ਹ ਐਡ ਹੈ ਜਿਹੜੇ, ਉਹ ਕਹਿੰਦੇ ਨੇ ਜੇ ਮਾੜੇ ਖਿਆਲ ਆਉਂਦੇ ਨੇ, ਸੋਈ ਰਾਮਦਾਸ ਗੁਰੂ ਪਾਲਪਨ ਬਿਲ ਸੰਗਤ ਸਭ ਧੰਨ ਕਹੋ, ਇਹ ਸ਼ਬਦ ਕਹਿੰਦੇ ਪੜੋ। ਬਸ ਫਿਰ ਇਹੀ ਹੈ ਨਾ, ਬਾਣੀ ਨਾਲ ਹੀ ਜੋੜ ਰਹੇ ਨਾ। ਬਾਣੀ ਪੜ੍ਹਦੀ, ਗੁਰੂ ਮੰਤਰ ਪੜ੍ਹੀਏ, ਮੂਲ ਮੰਤਰ ਕਰੀਏ, ਵਾਹਿਗੁਰੂ ਵਾਹਿਗੁਰੂ। ਇੱਥੇ ਆ ਕੇ ਜੋ ਸਿੱਖ ਰਹੇ ਆ ਉਹਦੀ ਵਿਚਾਰ ਕਰੀਏ, ਉਹਨੂੰ ਦ੍ਰਿੜ ਕਰੀਏ। ਦ੍ਰਿੜ ਕਰ ਗਹੋ ਕਹਿੰਦੇ ਨੇ ਪਕੜੋ। ਕਿਸ ਨੂੰ ਕਹਿੰਦੇ? ਦ੍ਰਿੜ ਕਰਕੇ, ਸ਼ਬਦ ਨੂੰ ਪਕੜ ਲਓ ਦ੍ਰਿੜ ਕਰਕੇ, ਕਿਉਂਕਿ ਇਹ ਤੁਹਾਡੇ ਇਹ ਲੋਕ ਪਰਲੋਕ ਸੰਗ ਸਾਈ, ਇੱਥੇ ਵੀ ਸਾਈ ਹੋਏਗਾ ਤੇ ਅੱਗੇ ਵੀ ਸਾਈ ਹੋਏਗਾ। ਤੇ ਵਰਤ ਕੇ ਦੇਖੀਏ ਤੇ ਸਹੀ ਵੀ ਹੁੰਦਾ ਕਿ ਨਹੀਂ। ਉਹਦੇ ਵਾਸਤੇ ਦ੍ਰਿੜ ਕਰਨਾ ਪਏਗਾ। ਦ੍ਰਿੜ ਕਰ ਗਹੋ ਕੀ ਚੀਜ਼? ਨਾਮ ਹਰ ਵਥ। ਨਾਮ ਦੀ ਜਿਹੜੀ ਵਸਤੂ ਹੈ, ਜਿਹੜਾ ਰੱਬ ਦਾ ਨਾਮ ਹੈ, ਕਹਿੰਦੇ ਇਹਨੂੰ ਲਈ ਜਾਓ ਲਈ ਜਾਓ ਲਈ ਜਾਓ ਲਈ ਜਾਓ। ਇਹ ਨਾ ਸੋਚੋ ਆ ਗਿਆ। ਬੰਦਾ ਸੋਚਦਾ ਇਹ ਤੇ ਸ਼ਬਦ ਆਂਦਾ ਮੈਨੂੰ। ਸ਼ਬਦ ਤੇ ਤਾਂ ਪਤਾ ਚੱਲੇਗਾ ਜਦੋਂ ਸਾਹਮਣੇ ਸਭ ਕੁਝ ਜੋ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਨਹੀਂ ਹੋਏਗਾ, ਤੇ ਤਾਂ ਦੇਖੋ ਆਂਦਾ ਅੰਦਰੋਂ ਕਿ ਨਹੀਂ ਆਂਦਾ। ਤਾਂ ਬੰਦਾ ਅੰਦਰ ਜੁੜਦਾ ਜਾਂ ਬਾਹਰ ਵਾਲੀ ਚੀਜ਼ ਨਾਲ ਪਰੇਸ਼ਾਨ ਹੁੰਦਾ। ਇਹ ਦੇਖਣਾ, ਫਿਰ ਕਹਿਣਾ ਸ਼ਬਦ ਆ ਗਿਆ। ਜੇ ਉਸ ਸਮੇਂ ਜਦੋਂ ਸਾਰੇ ਖਿਲਾਫ ਹੋਣ ਤੇ ਬੰਦਾ ਫੇਰ ਵੀ, ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 10 ਲੱਖ ਦੀ ਫੌਜ ਪਿੱਛੇ ਲੱਗੀ ਆ, ਔਰ ਗੁਰੂ ਸਾਹਿਬ ਕਹਿੰਦੇ ਆਸਾ ਦੀ ਵਾਰ ਲਾਓ। ਸਰਸਾ ਦੇ ਕੰਢੇ ਤੇ ਬੈਠ ਕੇ ਕਹਿੰਦੇ ਕੀਰਤਨ ਕਰੋ, ਭੁੱਖ ਲੱਗੀ। ਇਹਨੇ ਸੱਚੇ ਪਾਤਸ਼ਾਹ ਪ੍ਰਸ਼ਾਦੇ ਦੀ ਭੁੱਖ ਲੱਗੀ, ਪ੍ਰਸ਼ਾਦਾ ਤਿਆਰ ਕਰਦੇ ਆ। ਕਹਿੰਦੇ ਨਾ ਸ਼ਬਦ ਦੀ ਭੁੱਖ ਲੱਗੀ ਹੈ। ਦੁਸ਼ਮਣ ਤਲਵਾਰਾਂ ਲੈ ਕੇ 10 ਲੱਖ ਫੌਜ ਸਿਰ ਤੇ ਖੜੀ ਹੈ, ਔਰ ਕਹਿੰਦੇ ਕੀਰਤਨ ਕਰੋ। ਇਹਨੂੰ ਕਹਿੰਦੇ ਸ਼ਬਦ ਆ ਗਿਆ। ਇਹਨੂੰ ਕਹਿੰਦੇ ਸ਼ਬਦ ਆਇਆ, ਆ ਗਿਆ। ਹੁਣ ਤੇ ਜਦੋਂ ਲੋੜ ਪਈਏ ਤੇ ਚੀਜ਼ ਅਸੀਂ ਜੇ ਕੋਲ ਪੱਲੇ ਕੁਛ ਹੋਏ ਤੇ ਲੋੜ ਪੈਣ ਤੇ ਸਾਡੇ ਕੰਮ ਨਾ ਆਏ ਤੇ ਫਿਰ ਆਇਆ ਥੋੜ੍ਹਾ ਨਾ, ਫਿਰ ਨਹੀਂ ਆਇਆ। ਭਾਵੇਂ ਕੰਠ ਵੀ ਹੈ, ਭਾਵੇਂ ਚੇਤਾ ਵੀ ਹੈ, ਇੰਨਾ ਪੜ੍ਹੀਏ ਇੰਨਾ ਪੜ੍ਹੀਏ ਇੰਨਾ ਪੜ੍ਹੀਏ ਇੰਨਾ ਪੜ੍ਹੀਏ ਕਿ ਚੁੱਪ ਹੀ ਨਾ ਹੋਏ, ਅੰਦਰ ਚੱਲਦਾ ਰਹੇ। ਇੱਕ ਸਮਾਂ ਕਹਿੰਦੇ ਰਸਨਾ ਜਦੋਂ ਪੜ੍ਹਦੀ ਹੈ, ਰਸਨਾ ਜਦੋਂ ਜਪਦੀ ਹੈ, ਫਿਰ ਰਸਨਾ ਥੱਕ ਜਾਂਦੀ ਹੈ, ਫਿਰ ਮਨ ਪੜਦਾ। ਫਿਰ ਉਸ ਤੋਂ ਬਾਅਦ ਸ਼ਬਦ ਕਿਧਰੇ ਨਾ ਕਿਧਰੇ ਤੇ ਜਾਏਗਾ ਹੀ। ਜਦ ਰਸਨਾ ਥੱਕ ਜਾਏਗੀ ਫਿਰ ਸ਼ਬਦ ਕਿਧਰੇ ਨਾ ਕਿਧਰੇ ਤੇ ਚੱਲੇਗਾ ਜੀ। ਹੁਣ ਪਹਿਲੀ ਬੈਖਰੀ ਹੁੰਦੀ ਹੈ, ਹਾਂਜੀ, ਪਹਿਲੀ ਬੈਖਰੀ ਹੁੰਦੀ ਹੈ, ਫਿਰ ਮੱਧਮਾ ਤੇ ਫਿਰ ਪਰਾ, ਪਸ਼ੰਤੀ ਤੇ ਫਿਰ ਪਰਾ, ਹਾਂਜੀ, ਇਸ ਤਰ੍ਹਾਂ ਹੁੰਦੀ। ਤੇ ਚਲੋ ਇਹ ਤੇ ਸਾਨੂੰ ਪਤਾ ਨਹੀਂ ਹੈ, ਸਾਨੂੰ ਤੇ ਸਾਰੇ ਬੈਖਰੀ ਦਾ ਹੀ ਪਤਾ ਵੀ ਹੈ, ਸ਼ੁਰੂਆਤ ਤੇ ਸਾਡੀ ਇੱਥੇ ਹੀ ਹੈ, ਅਤੇ ਸ਼ੁਰੂਆਤ ਹੀ ਬੈਠੇ ਹਾਂ ਅਸੀਂ। ਸਾਨੂੰ ਤੇ ਹੀ ਨਹੀਂ ਪਤਾ ਰਸਨਾ ਨਾਲ ਅਜੇ ਦ੍ਰਿੜ ਨਹੀਂ ਹੋਈ। ਜੇ ਰਸਨਾ ਦ੍ਰਿੜ ਹੋ ਨਾਲ ਸ਼ਬਦ ਦ੍ਰਿੜ ਹੋ ਜਾਏਗਾ, ਬਾਣੀ ਦ੍ਰਿੜ ਹੋ ਜਾਏਗੀ, ਤੇ ਬਾਣੀ ਆਪਣੇ ਆਪ ਅਗਲੀ ਸਟੇਜ ਤੇ ਆਪਣੇ ਆਪ ਹੀ ਚਲੀ ਜਾਏਗੀ। ਜਦੋਂ ਚੁੱਪ ਹੋ ਜਾਏਗੀ ਰਸਨਾ, ਬੋਲ ਕੇ ਇੱਕ ਸਮਾਂ ਐਸਾ ਆਏਗਾ ਜਦੋਂ ਰਸਨਾ ਚੁੱਪ ਕਰ ਜਾਏਗੀ ਤੇ ਕੰਠ ਆਪਣੇ ਆਪ ਬੋਲੇ। ਇਹ ਗੁਰਮੁਖਾਂ ਦੇ ਬਚਨ ਨੇ ਵੀ ਕੰਠ ਤੋਂ ਫਿਰ ਹਿਰਦੇ ਵਿੱਚ ਜਾਏਗੀ, ਹਿਰਦੇ ਵਿੱਚ ਤੋਂ ਫਿਰ ਨਾਭੀ ਵਿੱਚ ਜਾਏਗੀ,
ਤੇ ਗੱਲ ਸਾਰੀ ਇਹ ਹੈ, ਬਾਹਰ ਕੀ ਹੋ ਰਿਹਾ ਮੈਂ ਬੜਾ ਪਰੇਸ਼ਾਨ ਹੋ ਜਾਂਦਾ ਇਸ ਨਾਲ। ਤੇ ਬਾਹਰ ਜ਼ਿਆਦਾਤਰ ਉਹੀ ਹੁੰਦਾ ਜੋ ਮੈਨੂੰ ਠੀਕ ਨਹੀਂ ਲੱਗਦਾ ਜੀ। ਬਾਹਰ ਚਾਹੇ ਮੈਂ ਆਪਣੇ ਕੰਮ ਨੂੰ ਦੇਖਾਂ, ਚਾਹੇ ਮੈਂ ਆਪਣੇ ਪਰਿਵਾਰ ਨੂੰ ਦੇਖਾਂ, ਚਾਹੇ ਮੈਂ ਕਿਸੇ ਨੂੰ ਵੀ ਦੇਖਾਂ, ਜਿਸ ਤਰ੍ਹਾਂ ਮੈਂ ਚਾਹੁੰਦਾ ਉਸ ਤਰ੍ਹਾਂ ਹੁੰਦਾ ਨਹੀਂ ਜੇ। ਫਿਰ ਕੀ ਕਰਾਂ, ਮੈਂ ਕਲਪਦਾ ਹੀ ਰਹਾਂ? ਨਾ ਨਾ ਨਾ, ਗੁਰੂ ਸਾਹਿਬ ਕਹਿੰਦੇ ਤੂੰ ਸਿਮਰਨ ਕਰ, ਬਾਕੀ ਕੰਮ ਮੇਰੇ ਤੇ ਛੱਡ ਦੇ। ਸਭ ਦੇ ਆਪਣੇ ਆਪਣੇ ਸੰਸਕਾਰ ਨੇ, ਸਭ ਦੇ ਆਪਣੇ ਆਪਣੇ ਕਰਮ ਨੇ। ਅਸੀਂ ਦੁਨੀਆ ਵਿੱਚ ਸੰਸਾਰ ਨੂੰ ਜੋੜਨ ਨਹੀਂ ਆਏ, ਅਸੀਂ ਸਿਰਫ ਆਪਣਾ ਹਿਸਾਬ ਕਿਤਾਬ ਠੀਕ ਕਰਨ ਆਏ ਹਾਂ। ਬਸ ਜੇ ਮੇਰਾ ਹਿਸਾਬ ਕਿਤਾਬ ਠੀਕ ਹੋ ਗਿਆ ਨਾ ਤੇ ਆਪੇ ਜੁੜਦੇ ਜਾਣਗੇ, ਫਿਰ ਮੈਨੂੰ ਕਹਿਣ ਦੀ ਲੋੜ ਨਹੀਂ ਪਏਗੀ। ਉਹ ਵੀ ਨਹੀਂ ਤੇ ਮੈਂ ਕਵਾਂਗਾ ਤੇ ਤਾਂ ਵੀ ਨਹੀਂ ਕੋਈ ਜੁੜੇ। ਉਹ ਵੀ ਚੰਦਨ ਹੋਗਾ ਜੋ ਬਸੇ ਚੰਦਨ ਪਾਸ। ਹਾਂ, ਓਏ ਵੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਮੇਰਾ ਕੰਮ ਆ ਵੀ ਮੈਨੂੰ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਚੰਦਨ ਬਣਾਉਣਾ। ਬਸ ਇਹਦਾ ਉਹ ਤਾਂ ਹੋ ਸਕਦਾ ਜੇ ਮੈਂ ਗੁਰੂ ਦੇ ਨਾਲ ਰਹਾਂ। ਨਾਲ ਦਾ ਮਤਲਬ ਹੈ ਸ਼ਬਦ ਦੇ ਨਾਲ ਰਹਾਂ। ਇਹਦਾ ਮਤਲਬ ਹੈ ਜਦੋਂ ਮੇਰੀ ਸੁਰਤ ਸ਼ਬਦ ਦੇ ਨਾਲ ਹਰ ਸਮੇਂ ਰਹੇਗੀ ਤੇ ਕੁਝ ਨਾ ਕੁਝ ਤੇ ਬਣੇਗੀ। ਤੇ ਜੇ ਕੁਝ ਕਿਰਪਾ ਹੋਈ ਤੇ ਆਪਣੇ ਆਪ ਹੀ ਸਭ ਕੁਝ ਇਸ ਤਰ੍ਹਾਂ ਲੱਗੇਗਾ ਵੀ ਸਭ ਠੀਕ ਹੈ। ਇਹ ਮਹਿਸੂਸ ਹੋਏਗਾ ਵੀ ਠੀਕ ਹੈ ਸਾਰਾ। ਨਹੀਂ ਤੇ ਬੰਦਾ ਸਭ ਕੁਝ ਦੇਖੋ, ਤੁਸੀਂ ਅਗਰ 10 ਬੰਦਿਆਂ ਨੂੰ ਮਿਲਦੇ ਹੋ, ਸਾਰੇ ਕੁਝ ਨਾ ਕੁਝ ਠੀਕ ਕਰਨ ਤੇ ਲੱਗੇ ਹੋਏ ਆ। ਕੋਈ ਆਪਣਾ ਘਰ, ਕੋਈ ਆਪਣੇ ਬੱਚੇ, ਕੋਈ ਆਪਣਾ ਪਰਿਵਾਰ, ਕੋਈ ਆਪਣਾ ਕੰਮ, ਕੋਈ ਬਾਹਰ, ਕੋਈ ਅੰਦਰ, ਸਭ ਠੀਕ ਕਰਨ ਤੇ ਲੱਗੇ ਹੋਏ ਆ। ਤੁਸੀਂ ਦੇਖ ਲਓ, ਉਹ ਕਹਿੰਦੇ ਇਹ ਠੀਕ ਹੋ ਜਾਏ, ਦੂਜਾ ਕਹਿੰਦਾ ਇਹ ਠੀਕ ਹੋ ਜਾਣ। ਇਹ ਠੀਕ ਨਹੀਂ ਹੈ। ਦੇਖੋ, ਮੈਂ ਗੁਰਦੁਆਰੇ ਜਾਂਦਾ, ਇਹ ਨਹੀਂ ਜਾਂਦੇ। ਮੈਂ ਪਾਠ ਕਰਦਾ, ਇਹ ਨਹੀਂ ਕਰਦੇ। ਮੈਂ ਸਿਮਰਨ ਕਰਦਾ, ਇਹ ਨਹੀਂ ਕਰਦੇ। ਹੁਣ ਜਾਂ ਤੇ ਹੋਏ ਨਾ ਵੀ ਮੈਂ ਕਵਾਂ ਤੇ ਹੁੰਦਾ ਜਾਏ, ਪਰ ਜਦ ਨਹੀਂ ਹੁੰਦਾ, ਹਮਰੋ ਕਹਿਓ ਨਾ ਹੋਏ। ਕਬੀਰ ਝੰਖ ਨਾ ਝੰਕੀ ਹੈ, ਤੁਮਰੋ ਕਹਿਓ ਨਾ ਹੋਏ। ਤੇਰੇ ਕਹਿਣ ਤੇ ਹੁੰਦਾ ਕੁਛ ਨਹੀਂ, ਤੂੰ ਕਿਉਂ ਬੋਲਦਾ? ਜਾਂ ਤੇ ਹੋਏ, ਜੇ ਹੁੰਦਾ ਹੈ ਤੇ ਕਰ ਠੀਕ। ਜਦ ਤੂੰ ਇੰਨੇ ਸਾਲ ਲਾ ਲਏ, ਤੇਰੇ ਕਹਿਣ ਤੇ ਤੇਰੀ ਕੋਈ ਸੁਣਦਾ ਨਹੀਂ, ਤੂੰ ਚੁੱਪ ਕਰਕੇ ਆਪਣੇ ਆਪ ਨੂੰ ਸੁਣਾ ਬਾਣੀ ਤੇ ਆਪ ਠੀਕ ਕਰ। ਆਪਣ ਹੱਥੀ ਆਪਣਾ ਕਾਜ ਸਵਾਰੀ, ਆਪਣਾ ਕੰਮ ਸਵਾਰ। ਅਸੀਂ ਸੰਸਾਰ ਵਿੱਚ ਸੰਸਾਰ ਨੂੰ ਠੀਕ ਕਰਨ ਨਹੀਂ ਆਏ। ਅਸੀਂ ਦੁਨੀਆ ਨੂੰ, ਪਰਿਵਾਰ ਨੂੰ ਆਪਣੇ ਠੀਕ ਕਰਨ ਨਹੀਂ ਆਏ। ਨਹੀਂ ਠੀਕ ਹੋਣਾ ਸਾਡੇ ਕੋਲੋਂ। ਸਾਨੂੰ ਸਿਰਫ ਇਹੀ ਕਿਹਾ ਵੀ ਆਪਣੇ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਤੂੰ ਆਪਣੇ ਆਪ ਨੂੰ ਦੇਖ, ਇਹ ਸੋਨੇ ਵਰਗਾ ਬਣਾ ਲੈ ਆਪਣੇ ਆਪ ਨੂੰ, ਗੁਰੂ ਦਾ ਸ਼ਬਦ ਦਾ ਆਸਰਾ ਲੈ ਕੇ। ਤੂੰ ਬਾਣੀ ਨਾਲ ਤੂੰ ਆਪ ਜੁੜ ਜਾ ਬਸ। ਜੇ ਜ਼ਿਆਦਾ ਕਰਨਾ ਹੈ ਤੇ ਅਰਦਾਸ ਕਰ। ਜੇ ਤੈਨੂੰ ਕੋਈ ਲੱਗਦਾ ਕੋਈ ਪਿਆਰ ਵਾਲਾ ਹੈ ਔਰ ਕੋਈ ਇਹਨੂੰ ਵੀ ਜਿਹੜਾ ਰਸ ਤੈਨੂੰ ਆ ਗਿਆ, ਜਿਹੜਾ ਸ਼ਬਦ ਤੈਨੂੰ ਕੰਠ ਹੋ ਗਿਆ, ਜਿਹੜੀ ਬਾਣੀ ਤੈਨੂੰ ਕੰਠ ਹੋ ਗਈ, ਜਿਹੜਾ ਸਿਮਰਨ ਤੇਰੇ ਕੋਲ ਹੈਗਾ, ਤੇ ਤੂੰ ਚਾਹੁੰਦਾ ਵੀ ਇਹਦੇ ਕੋਲ ਵੀ ਆ ਜੇ, ਤੇ ਅਰਦਾਸ ਕਰ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੇ ਤੇਰੇ ਮਨ ਵਿੱਚ ਆਂਦਾ ਤੇ ਅਰਦਾਸ ਕਰ। ਠੀਕ ਨਾ ਕਰ, ਠੀਕ ਸਿਰਫ ਆਪਣੇ ਆਪ ਨੂੰ ਕਰਨਾ, ਆਪਣੇ ਆਪ ਨੂੰ ਕਰਨਾ ਠੀਕ। ਬਸ ਸਾਰਾ ਜ਼ੋਰ ਲਾਣਾ ਆਪਣੇ ਆਪ ਨੂੰ ਠੀਕ ਕਰਨ ਵਾਸਤੇ। ਆਪਾਂ ਗੱਲ ਇੱਥੋਂ ਹੀ ਸ਼ੁਰੂ ਕੀਤੀ ਹੈ ਵੀ ਸ਼ਾਂਤ ਸਹਜ ਰਹੱਸ ਮਨ ਉਪਜਿਓ। ਇਹ ਦੇਖਣਾ ਅੰਦਰ ਹੈ ਕਿ ਨਹੀਂ, ਹੁਣ ਤੱਕ ਪੈਦਾ ਹੋਇਆ ਕਿ ਨਹੀਂ ਹੋਇਆ। ਜੇ ਨਹੀਂ ਹੋਇਆ, ਜੇ ਅੰਦਰ ਸ਼ਾਂਤੀ ਨਹੀਂ ਆਈ, ਜੇ ਅੰਦਰ ਸਹਿਜ ਨਹੀਂ ਆਇਆ, ਤੇ ਰਹੱਸ ਅੰਦਰ ਖੇੜਾ ਨਹੀਂ ਆਇਆ, ਇਹਦਾ ਮਤਲਬ ਹੈ ਸ਼ਬਦ ਗਿਆ ਨਹੀਂ ਅੰਦਰ। ਸ਼ਬਦ ਪੜਿਆ ਤੇ ਇੱਥੇ ਤੱਕ ਹੀ ਰਹਿ ਗਿਆ, ਅੰਦਰ ਨਹੀਂ ਗਿਆ। ਸ਼ਬਦ ਜੇ ਅੰਦਰ ਜਾਂਦਾ ਤੇ ਮਨ ਵਿੱਚੋਂ ਇਹ 3 ਚੀਜ਼ਾਂ ਜਿਹੜੀਆਂ ਨੇ ਸਹਿਜੇ ਸਹਿਜੇ ਪ੍ਰਗਟ ਹੁੰਦੀਆਂ। ਕੰਠ ਕਰਕੇ ਅੰਦਰ ਨਹੀਂ ਜਾਂਦਾ, ਤੇ ਕੰਠ ਕੀਤਾ ਅੰਦਰ ਨਹੀਂ ਜਾਏਗਾ। ਨਹੀਂ, ਕੰਠ ਕੀਤਾ ਅੰਦਰ ਤੇ ਜਾਂਦਾ, ਪਰ ਅੰਦਰ ਕੋਠਰੀ ਮੈਂ ਕੋਠਰੀ ਪਰਮ ਕੋਠੀ ਵਿੱਚ। ਹਾਂ, ਅੰਦਰ ਦੀ ਅੰਦਰ ਬੜਾ ਕੁਝ ਹੈਗਾ। ਇਹ ਤੇ ਗੁਫਾ ਐਸੀ ਆ ਜਿਹੜੇ ਭੰਡਾਰ ਭਰੇ ਪਏ ਨੇ।
ਹਾਂ, ਇਹਦਾ ਕੋਈ ਹੈ ਇਹਦੇ ਨਾਲ ਸੁਣਿਆ ਜੋਗ ਜੁਗਤ ਤਨ ਭੇਦ, ਇਹ ਤਨ ਦੇ ਜਿਹੜੇ ਭੇਦ ਨੇ ਇਹ ਸੁਣ ਤਾਂ ਇਹ ਤਾਂ ਬੜਾ ਕੁਛ ਹੈ ਅੰਦਰ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ। ਵਾਹਿਗੁਰੂ। ਕਿੰਨਾ ਕੁਛ ਹੈਗਾ। ਇਹ ਤੇ ਮੇਰੇ ਖਿਆਲ ਸ਼ੁਰੂ ਵੀ ਨਹੀਂ ਹੋਇਆ ਜੀ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਜ ਰਤਨ ਵਿੱਚ ਲੁਕ ਰਹੇ। ਕੋਈ ਗੁਰਮੁਖ ਸੇਵਕ ਕੱਢੈ ਖੋਦ ਕੇ ਅੰਦਰ, ਜਿਹਨੂੰ ਬਾਹਰ ਦੀ ਦੇਖੋ, ਬਾਹਰੋਂ ਸਾਨੂੰ ਬਾਹਰ ਦੀ ਫੁਰਸਤ ਨਹੀਂ ਹੈ। ਵੱਡੀ ਗੱਲ ਤੇ ਸਾਨੂੰ ਹੀ ਕਿਤੇ ਬਾਹਰ ਵਾਲਿਆਂ ਨੇ ਪਰੇਸ਼ਾਨ ਕਰਕੇ ਰੱਖਿਆ, ਜਾਂ ਅਸੀਂ ਬਾਹਰ ਵਾਲਿਆਂ ਕਰਕੇ ਪਰੇਸ਼ਾਨ ਹੋਏ ਪੜੇ। ਬਸ ਬੰਦਾ ਲੱਗਿਆ ਸਭ ਕੁਝ ਠੀਕ ਕਰਨ ਤੇ ਵੀ ਹੁਣ ਕੰਮ ਠੀਕ ਹੋ ਜਾਏ, ਥੋੜਾ ਜਿਹਾ ਘਰ ਠੀਕ ਹੋ ਜਾਏ, ਥੋੜਾ ਪਰਿਵਾਰ ਠੀਕ ਹੋ ਜਾਏ, ਅਸੀਂ ਲੱਗੇ ਨਹੀਂ ਠੀਕ ਹੋ, ਇਹ ਇਸ ਤਰ੍ਹਾਂ ਨਹੀਂ ਠੀਕ ਹੋਣਾ। ਅਸੀਂ ਕੋਈ ਕਰਤਾ ਪੁਰਖ ਥੋੜਾ ਨਾ ਹੈਗੇ ਆ ਜੋ ਅਸੀਂ ਕਹਾਂਗੇ ਤਾਂ ਠੀਕ ਹੁੰਦਾ ਜਾਏਗਾ। ਅਸੀਂ ਕੋਈ ਕਰਤਾ ਪੁਰਖ ਥੋੜਾ ਨਾ ਹੈਗੇ। ਉਹ ਤੇ ਕਰਤੇ ਦਾ ਕੰਮ ਆ ਠੀਕ ਕਰਨਾ ਸਾਰਿਆਂ ਨੂੰ, ਜਿਸ ਤਰ੍ਹਾਂ ਵੀ ਕਰਨਾ। ਹੁਣ ਉਹ ਚਲਾ ਰਿਹਾ ਜਿਸ ਤਰ੍ਹਾਂ ਚਲਾ ਰਿਹਾ, ਸਭ ਚੱਲ ਰਹੇ ਨੇ। ਉਹ ਕਹਿੰਦੇ ਤੂੰ ਬਸ ਆਪਣੇ ਵੱਲ ਧਿਆਨ ਰੱਖ, ਆਪਣੇ ਅੰਦਰ ਦੇਖ। ਮਨ ਤੋਂ ਕਿਦਾਂ ਹੁੰਦਾ ਵੇਖ ਕੇ ਵੀ ਕੁਝ ਨਹੀਂ ਕਰਦਾ। ਹਾਂ, ਮਨ ਦੁਖੀ ਇਸੀ ਕਰਕੇ ਹੁੰਦਾ ਕਿਉਂਕਿ ਮਨ ਬਾਹਰ ਜਾਂਦਾ। ਜਦੋਂ ਮਨ ਬਾਹਰ ਜਾਏਗਾ ਤੇ ਮਨ ਦੁਖੀ ਹੋਏਗਾ ਜੀ। ਮਨ ਦੁਖੀ ਹੋਣ ਦਾ ਕਾਰਨ ਹੀ ਹੈ ਅੱਖਾਂ ਖੁੱਲਦੀਆਂ ਨੇ ਤੇ ਅੱਖਾਂ ਜੋ ਦੇਖਦੀਆਂ ਨੇ ਉਹ ਚੰਗਾ ਨਹੀਂ ਲੱਗਦਾ। ਜਿਹੜੇ ਨਿਤਨੇਮ ਕਰਦੇ ਸਨ ਉਹ ਛੱਡ ਗਏ, ਫਿਰ ਮਨ ਦੁਖੀ ਹੁੰਦਾ। ਉਹੀ ਨਾ, ਅੱਖਾਂ ਖੁੱਲਣਗੀਆਂ ਤੇ ਦੂਜੇ ਵੱਲ ਦੇਖਾਂਗੇ ਤੇ ਗੜਬੜ ਤੇ ਨਜ਼ਰ ਆਏਗੀ। ਜਾਂ ਤੇ ਹੋਏ ਅਸੀਂ ਕੁਝ ਕਰ ਸਕੀਏ, ਜੇ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਕੁਝ ਕਰ ਸਕੀਏ ਤੇ ਕਰੀਏ। ਜੇ ਨਹੀਂ ਤਾਕਤ ਦਿੱਤੀ, ਜੇ ਸਾਡਾ ਵੱਸ ਨਹੀਂ ਚੱਲਦਾ ਤੇ ਬਸ ਫਿਰ ਸਾਨੂੰ ਚੁੱਪ ਕਰਕੇ ਆਪਣੇ ਆਪ ਵਿੱਚ ਬਹਿ ਜਾਣਾ ਚਾਹੀਦਾ ਤੇ ਰੱਬ ਦੇ ਭਰੋਸੇ ਛੱਡ ਦੇਣਾ ਚਾਹੀਦਾ ਤੇ ਅਰਦਾਸ ਕਰਨੀ ਚਾਹੀਦੀ। ਜੀ ਕੀ ਬਿਰਥਾ ਹੋਏ, ਜਿਹੜੇ ਸਾਡੇ ਨਾਲ ਜੁੜੇ ਨੇ, ਜਿਹੜਾ ਸਾਡਾ ਪਰਿਵਾਰ ਹੈ, ਉਹਨਾਂ ਨੂੰ ਡਾਇਰੈਕਟ ਕਹਿਣ ਦੀ ਬਜਾਏ ਉਹਨਾਂ ਲਈ ਅਰਦਾਸ ਕਰੀਏ। ਗੁਰੂ ਸਾਹਿਬ ਨੂੰ ਕਹੀਏ ਨਾ, ਗੁਰੂ ਸਾਹਿਬ ਨੂੰ ਵਿੱਚ ਪਾਈਏ। ਅਸੀਂ ਕਹਿੰਦੇ ਵੀ ਅਸੀਂ ਆਪ ਵੀ ਠੀਕ ਕਰ ਲਈਏ। ਹੁਣ ਪਤਾ ਹੈ ਸਾਡੇ ਕਹਿਣ ਨਾਲ ਹੁੰਦਾ ਨਹੀਂ ਕੁਝ ਵੀ। ਅੱਜ ਕੱਲ੍ਹ ਸਭ ਸਿਆਣੇ ਨੇ, ਸਭ ਸਮਝਦਾਰ ਨੇ, ਸਾਰੇ ਕਹਿੰਦੇ ਵੀ ਅਸੀਂ ਠੀਕ ਹਾਂ। ਕੌਣ ਕਹਿੰਦਾ ਮੈਂ ਗਲਤ ਹਾਂ? ਤੁਸੀਂ 5 ਸਾਲ ਦੇ ਬੱਚੇ ਕੋਲੋਂ ਪੁੱਛੋ, ਉਹ ਕਹੇਗਾ ਮੈਂ ਠੀਕ ਹਾਂ, ਤੁਸੀਂ ਗਲਤ, ਤੁਹਾਨੂੰ ਨਹੀਂ ਸਮਝ। ਮੇਰੇ ਸਕੂਲ ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਦਾ ਮਾਹੌਲ ਹੈ ਸਾਰਾ। ਤੇ ਸਾਨੂੰ ਕੀ ਚਾਹੀਦਾ? ਸਾਨੂੰ ਗੁਰੂ ਸਾਹਿਬ ਦਾ ਆਸਰਾ ਲੈ ਕੇ ਅਸੀਂ ਇਹ ਕਹਿਣਾ ਵੀ ਅਸੀਂ ਸਿਰਫ ਆਪਣੇ ਆਪ ਨੂੰ ਠੀਕ ਕਰਨਾ ਔਰ ਆਪਣੇ ਆਪ ਨੂੰ ਇਸ ਤਰ੍ਹਾਂ ਬਣਾਉਣਾ ਤੇ ਉਹਨਾਂ ਜੀਆਂ ਵਾਸਤੇ, ਬਾਕੀਆਂ ਵਾਸਤੇ ਅਰਦਾਸ ਕਰਨੀ। ਬਸ ਗੱਲ ਕਰਨੀ ਗੁਰੂ ਸਾਹਿਬ ਨਾਲ ਕਰਨੀ ਆ। ਜੇ ਹੋਰ ਕਿਸੇ ਨਾਲ ਕਹੀ ਤੇ ਸੁਣਨਾ ਪੈ ਜਾਏਗਾ ਬੜਾ ਕੁਝ, ਤੇ ਕਿਸੇ ਨੂੰ ਨਹੀਂ ਕਹਿਣਾ। ਵਾਹਿਗੁਰੂ ਵਾਹਿਗੁਰੂ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ ਮਜਨ ਪਰੰਪਰਾ, ਗੁਰਦੇਵ ਕਰਤਾ ਸਪਾ ਭਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆ ਜੁਗਾ ਜੁਗ ਜੁਗ, ਗੁਰਦੇਵ ਮੰਤ ਹਰਜਾ ਪੁੱਤਰਾ, ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ। ਸੰਜ ਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦੀ ਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸਰਾਤ ਹੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮੀ, ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗੇਮ ਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਬੋਲਣਾ ਜੀ, ਬੋਲਣਾ ਜੀ, ਸ਼੍ਰੀ ਵਾਹਿਗੁਰੂ ਜੀ, ਬੋਲਣਾ ਜੀ, ਸ਼੍ਰੀ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਵਾਹਿਗੁਰੂ ਜੀ, ਆਪ ਜੀ ਦਾ ਸ਼ੁਕਰ ਹੈ, ਆਪ ਜੀ ਨੇ ਕਿਰਪਾ ਕੀਤੀ, ਆਪਣੇ ਬੱਚਿਆਂ ਨੂੰ ਬੁਲਾਇਆ, ਜਿਨ੍ਹਾਂ ਨੂੰ ਬੁਲਾਇਆ ਸੱਚੇ ਪਾਤਸ਼ਾਹ ਉਹਨਾਂ ਨੇ ਹਾਜ਼ਰੀਆਂ ਭਰੀਆਂ, ਜਿਨ੍ਹਾਂ ਨੂੰ ਬਿਠਾਇਆ ਉਹ ਬੈਠੇ, ਜਿਨ੍ਹਾਂ ਨੂੰ ਬੁਲਾਇਆ ਸੁਣਾਇਆ ਉਹਨਾਂ ਨੇ ਬੋਲਿਆ ਤੇ ਸੁਣਿਆ। ਪ੍ਰਭ ਡੋਰੀ ਹਾਥ ਤੁਮਾਰੇ। ਜਿਸ ਤਰ੍ਹਾਂ ਜੋ ਆਪ ਜੀ ਨੇ ਸਮੱਤ ਜਿਸ ਨੂੰ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਉਹ ਬੋਲਿਆ। ਆਪ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਸੰਗਤਾਂ ਜੁੜੀਆਂ, ਹਰ ਜਸ ਗਾਇਨ ਕੀਤਾ ਬੱਚਿਆਂ ਨੇ ਸੱਚੇ ਪਾਤਸ਼ਾਹ ਜੀ, ਉਹ ਸਿਮਰਨ ਕੀਤਾ, ਵਿਚਾਰ ਹੋਈ ਹੈ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬੇਅੰਤ ਗਲਤੀਆਂ, ਬੇਅੰਤ ਭੁੱਲਾਂ, ਬੇਅੰਤ ਬੇਦਬੀਆਂ ਹੋ ਗਈਆਂ। ਅਣਜਾਣ ਬੱਚੇ ਕਲਯੁਗੀ ਜੀਵ ਸੱਚੇ ਪਾਤਸ਼ਾਹ ਜੀ, ਨਾ ਵਿਚਾਰ ਕਰਨੀ ਜਾਣਦੇ, ਨਾ ਬਾਣੀ ਪੜ੍ਹਨੀ ਜਾਣਦੇ, ਨਾ ਸਿਮਰਨ ਕਰਨਾ ਜਾਣਦੇ ਸੱਚੇ ਪਾਤਸ਼ਾਹ ਜੀ। ਆਪ ਜੀ ਕਿਰਪਾ ਕਰੋ, ਆਪ ਜੀ ਰਹਿਮਤ ਕਰੋ ਸੱਚੇ ਪਾਤਸ਼ਾਹ, ਸੁਖ ਵਰਤਾਓ ਸੱਚੇ ਪਾਤਸ਼ਾਹ। ਆਦੀਆਂ ਵਿਆਦੀਆਂ ਉਪਾਦੀਆਂ ਤੋਂ ਤਰਸ ਕਰਕੇ ਆਪ ਜੀ ਬਚਾਓ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨ ਕੋ ਲਾਗੇ, ਜਾ ਕੇ ਪ੍ਰਭ ਆਗੇ ਅਰਦਾਸ ਸੱਚੇ ਪਾਤਸ਼ਾਹ। ਕਿਰਪਾ ਕਰੋ, ਬੱਚਿਆਂ ਨੂੰ ਜੋੜੋ ਸੱਚੇ ਪਾਤਸ਼ਾਹ, ਸ਼ਾਂਤ ਸਹਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ ਸੱਚੇ ਪਾਤਸ਼ਾਹ। ਕਿਰਪਾ ਕਰੋ, ਕਿਰਪਾ ਕਰੋ, ਇਹ ਦੈਵੀ ਗੁਣ ਸਾਨੂੰ ਬਖਸ਼ੋ, ਸਾਡੀ ਝੋਲੀ 'ਚ ਪਾਓ ਸੱਚੇ ਪਾਤਸ਼ਾਹ। ਸਾਨੂੰ ਪਤਾ ਚੱਲੇ ਸ਼ਾਂਤੀ ਕੀ ਹੁੰਦੀ ਹੈ, ਸਾਨੂੰ ਪਤਾ ਚੱਲੇ ਸਹਿਜ ਅਵਸਥਾ ਕੀ ਹੁੰਦੀ ਹੈ, ਸਾਨੂੰ ਪਤਾ ਚੱਲੇ ਰਹੱਸ ਕੀ ਹੁੰਦਾ ਸੱਚੇ ਪਾਤਸ਼ਾਹ, ਆਤਮਕ ਖੇੜਾ ਕੀ ਹੁੰਦਾ। ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਜਿੰਨੇ ਆਏ ਆ ਸਭ ਦੇ ਉੱਪਰ ਕਿਰਪਾ ਕਰੋ। ਪਿੱਛੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ੋ, ਸਾਰਿਆਂ ਨੂੰ ਨਾਮ ਨਾਲ ਜੋੜੋ, ਸਭ ਨੂੰ ਆਪਣੇ ਚਰਨਾਂ ਨਾਲ ਜੋੜੋ, ਸਿਮਰਨ ਭਜਨ ਸਭ ਨੂੰ ਬਖਸ਼ੋ। ਕਿਰਪਾ ਕਰੋ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ।